ਸਤਿ ਸ਼੍ਰੀ ਅਕਾਲ ਬੱਚਿਓ। ਅਸੀਂ ਪੜ੍ਹ ਰਹੇ ਹਾਂ ਸ਼ੇਸ਼ਾਲਾ ਇਕਾਂਗੀ ਸੰਗ੍ਰਹਿ ਵਿੱਚ ਦਰਜ ਇਕਾਂਗੀ ਇੱਕ ਵਿਚਾਰੀ ਮਾਂ ਹਰਸਰਨ ਸਿੰਘ ਜੀ ਦੁਆਰਾ ਲਿਖਿਆ ਹੋਇਆ। ਬੱਚਿਓ, ਪਹਿਲੇ ਭਾਗ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਰਾਜੋ ਨੱਥਾ ਸਿੰਘ ਦੁਆਰਾ ਉਧਾਲੀ ਹੋਈ ਇੱਕ ਮੁਸਲਮਾਨ ਇਸਤਰੀ ਹੈ, ਜਿਸ ਦੇ 2 ਪਹਿਲਾਂ ਹੀ ਮੁਸਲਮਾਨ ਪੁੱਤਰ ਹੈ ਅਤੇ ਹੁਣ ਉਹ ਨੱਥਾ ਸਿੰਘ ਦੇ 2 ਬੱਚਿਆਂ ਦੀ ਮਾਂ ਹੈ। ਇੱਕ ਦਿਨ ਜਦੋਂ ਅਚਾਨਕ ਰਾਜੋ ਆਪਣੇ ਮੁਸਲਮਾਨ ਪੁੱਤਰਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ ਤਾਂ ਇਸ ਗੱਲ ਦਾ ਪਤਾ ਨੱਥਾ ਸਿੰਘ ਅਤੇ ਉਹਦੀ ਬੇਬੇ ਨੂੰ ਲੱਗ ਜਾਂਦਾ। ਦੋਵੇਂ ਨਹੀਂ ਚਾਹੁੰਦੇ ਕਿ ਰਾਜੋ ਉਹਨਾਂ ਨੂੰ ਛੱਡ ਕੇ ਜਾਵੇ ਅਤੇ ਇਸ ਕਰਕੇ ਉਹ ਰਾਜੋ ਨੂੰ ਡਰਾਵਾ ਦੇਣਾ ਸ਼ੁਰੂ ਕਰ ਦਿੰਦੇ ਅਤੇ ਰਾਜੋ ਉਹਨਾਂ ਨੂੰ ਕਹਿੰਦੀ ਵੀ ਹੈ ਕਿ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ। ਅਤੇ ਉਸੇ ਦਿਨ ਜਦੋਂ ਸ਼ਿਵ ਸਿੰਘ ਨਾਮ ਦਾ ਸੂਈਆ ਉਹਨਾਂ ਦੇ ਘਰ ਆਉਂਦਾ ਹੈ ਤਾਂ ਬੇਬੇ ਨੂੰ ਇਹ ਸ਼ੱਕ ਹੁੰਦੀ ਹੈ ਕਿ ਪਾਕਿਸਤਾਨ ਪੁਲਿਸ ਨੂੰ ਸੂਹ ਦੇਣ ਵਾਲੀ ਉਹਦੀ ਆਪਣੀ ਨੂੰਹ ਰਾਜੋ ਹੈ ਅਤੇ ਰਾਜੋ ਉਹਨਾਂ ਦੇ ਘਰ ਤੋਂ ਚਲੇ ਜਾਣਾ ਚਾਹੁੰਦੀ ਹੈ ਪਾਕਿਸਤਾਨ ਦੇ ਲਈ। ਅਤੇ ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਕਿ ਰਾਜੋ ਕੀ ਕਹਿੰਦੀ ਹੈ। ਹੁਣ ਰਾਜੋ ਨਹੀਂ ਚਾਹੁੰਦੀ ਕਿ ਉਹ ਪਾਕਿਸਤਾਨ ਜਾਵੇ ਅਤੇ ਇਸ ਕਰਕੇ ਉਹ ਰੱਬ ਦੀ ਸਹੁੰ ਖਾਂਦੀ ਹੈ। ਕੀ ਕਹਿੰਦੀ ਹੈ? ਰੱਬ ਦੀ ਸਹੁੰ ਮੈਂ। ਹੁਣ ਉਹ ਰੁਕ ਜਾਂਦੀ ਹੈ ਬੋਲਦੀ ਬੇਬੇ, ਨਹੀਂ ਤੇਰੀ ਸਹੁੰ ਕਿੱਧਰ ਦੀ? ਸਹੁੰ ਤਾਂ ਸਾਡੀ ਹੁੰਦੀ ਆ ਸਿੱਖਾਂ ਦੀ। ਬੇਬੇ ਨੂੰ ਇਹ ਲੱਗਦਾ ਹੈ ਕਿ ਅਸੀਂ ਸਿੱਖ ਹੀ ਬਹੁਤ ਚੰਗੇ ਹਾਂ ਅਤੇ ਜਦੋਂ ਉਹਦੇ ਪੁੱਤ ਨੇ ਰਾਜੋ ਨੂੰ ਉਧਾਲਿਆ ਸੀਗਾ ਉਦੋਂ ਉਹਨਾਂ ਨੂੰ ਸ਼ਾਇਦ ਸਿੱਖ ਧਰਮ ਯਾਦ ਨਹੀਂ ਸੀ। ਹੁਣ ਅੱਗੇ ਉਹ ਕੀ ਕਹਿੰਦੀ ਹੈ? ਰਾਜੋ, ਅੱਲਾ ਪਾਕ ਦੀ ਕਸਮ। ਹੁਣ ਰਾਜੋ ਅੱਲਾ ਦੀ ਕਸਮ ਖਾਂਦੀ ਹੈ ਕਿ ਉਹਨੇ ਸ਼ਿਵ ਸਿੰਘ ਨੂੰ ਕੋਈ ਸੂਹ ਨਹੀਂ ਦਿੱਤੀ ਜਾਂ ਪਾਕਿਸਤਾਨ ਪੁਲਿਸ ਨੂੰ ਬਿਲਕੁਲ ਨਹੀਂ ਉਹਨੇ ਬੁਲਾਇਆ। ਹੁਣ ਬੇਬੇ ਕੀ ਕਹਿੰਦੀ ਹੈ? ਨਹੀਂ ਮਕਰੋ, ਤੂੰ ਤਾਂ ਅਜੇ ਹੁਣੇ ਕਹਿੰਦੀ ਸੀ ਕਿ ਤੂੰ ਪਾਕਿਸਤਾਨ ਨਹੀਂ ਜਾਣਾ, ਨਹੀਂ ਤੂੰ ਸਾਨੂੰ ਚਾਰਦੀ ਰਹੀ। ਮਕਰੋ ਹੁੰਦਾ ਹੈ ਬੱਚਿਓ ਪਖੰਡਣ। ਹੁਣ ਬੇਬੇ ਨੂੰ ਲੱਗਦਾ ਹੈ ਕਿ ਉਹ ਪਖੰਡ ਕਰਦੀ ਪਈ ਹੈ ਅਤੇ ਉਹਨੇ ਆਪ ਹੀ ਪਾਕਿਸਤਾਨ ਪੁਲਿਸ ਨੂੰ ਉੱਥੇ ਉਹਦੇ ਹੋਣ ਦੀ ਸੂਹ ਦਿੱਤੀ ਹੈ ਅਤੇ ਉਹ ਖੁਦ ਪਾਕਿਸਤਾਨ ਜਾਣਾ ਚਾਹੁੰਦੀ ਹੈ। ਇਸ ਕਰਕੇ ਉਹਨੂੰ ਮਕਰੋ ਸੱਦਦੀ ਹੈ ਅਤੇ ਉਹ ਕਹਿੰਦੀ ਹੈ ਕਿ ਤੂੰ ਤਾਂ ਸਾਨੂੰ ਹੁਣ ਤੱਕ ਚਾਰਦੀ ਰਹੀ ਹੈ। ਰਾਜੋ, ਬੇਬੇ ਜੀ ਮੈਂ ਸੱਚਮੁੱਚ ਪਾਕਿਸਤਾਨ ਨਹੀਂ ਜਾਣਾ, ਮੈਨੂੰ ਤੁਸੀਂ ਛੁਪਾ ਲਵੋ। ਹੁਣ ਰਾਜੋ ਤਾਲਾ ਕੱਢਦੀ ਹੈ ਕਿ ਉਹਨੂੰ ਕਿਤੇ ਛੁਪਾ ਲਵੇ, ਕਿਉਂਕਿ ਉਹ ਬਿਲਕੁਲ ਜਾਣਾ ਨਹੀਂ ਚਾਹੁੰਦੀ, ਕਿਉਂਕਿ ਉਹਦੇ ਤਾਂ ਪਹਿਲਾਂ ਹੀ ਇੱਥੇ ਹੁਣ ਬੱਚੇ ਆ, ਉਹ ਕੀ ਕਰੇਗੀ ਪਾਕਿਸਤਾਨ ਜਾ ਕੇ। ਬੇਬੇ, ਅਜੇ ਹੋਰ ਚਲਿੱਤਰ ਕਰਦੀ ਹੈ? ਅੱਛਾ ਚੱਲ ਅੰਦਰ। ਪਰ ਬੇਬੇ ਨੂੰ ਵਿਸ਼ਵਾਸ ਨਹੀਂ ਹੈ ਕਿ ਰਾਜੋ ਸੱਚ ਬੋਲਦੀ ਹੈ, ਇਸ ਕਰਕੇ ਉਹਨੂੰ ਦੱਸਦੀ ਹੈ ਕਿ ਉਹ ਤਾਂ ਚਲਿੱਤਰ ਕਰਦੀ ਹੈ। ਸ਼ਿਵ ਸਿੰਘ, ਪੁਲਿਸ ਤਾਂ ਲੈ ਹੀ ਜਾਓ। ਹੁਣ ਸ਼ਿਵ ਸਿੰਘ ਸੂਈ ਆ, ਉਹ ਕਹਿੰਦਾ ਕਿ ਜਿੱਥੇ ਮਰਜ਼ੀ ਲੁਕੋ ਲਓ, ਪੁਲਿਸ ਤਾਂ ਆਈ ਹੋਈ ਹੈ ਅਤੇ ਉਹ ਇਹਨੂੰ ਲੈ ਕੇ ਹੀ ਜਾਏਗੀ। ਬਾਹਰੋਂ ਕੁਝ ਆਦਮੀਆਂ ਦੇ ਅੰਦਰ ਵੱਲ ਆਉਣ ਦੀ ਆਵਾਜ਼ ਆਉਂਦੀ ਹੈ। ਸ਼ਿਵ ਸਿੰਘ, ਉਹ ਤਾਂ ਆ ਗਏ ਆ। ਬੇਬੇ, ਹਾਏ ਮੈਂ ਮਰ ਗਈ। ਸ਼ਿਵ ਸਿੰਘ ਨੂੰ, ਵੇ ਮੇਰੇ ਪੁੱਤ ਨੂੰ ਤਾਂ ਆਉਣ ਦਿਓ। ਜਮਾਲ ਕੁਝ ਸਿਪਾਹੀਆਂ ਸਮੇਤ ਅੰਦਰ ਆਉਂਦਾ ਹੈ। ਬੇਬੇ ਰਾਜੋ ਵੱਲ ਮੁੜਦੀ ਹੈ। ਜਮਾਲ, ਸ਼ਿਵ ਸਿੰਘ ਇੱਥੇ ਕਿਹੜੀ ਮੁਸਲਮਾਨ ਤੀਵੀਂ ਹੈ? ਬੇਬੇ ਰਾਜੋ ਨੂੰ ਧੱਕਾ ਮਾਰਦੀ ਹੈ, ਨਹੀਂ ਅੰਦਰ ਮਰ। ਜਮਾਲ ਰਾਜੋ ਵੱਲ ਵੇਖਦਾ ਹੈ, ਰਾਜੋ ਉਸ ਵੱਲ ਵੇਖਦੀ ਹੈ। ਜਮਾਲ ਇੱਕਦਮ ਰਾਜੋ ਨੂੰ ਦੇਖ ਕੇ ਕਹਿੰਦਾ ਹੈ, ਰਜ਼ੀਆ। ਰਾਜੋ, ਜਮਾਲ ਵੀਰਾ। ਹੁਣ ਇਹ ਕੌਣ ਹੈ? ਰਾਜੋ ਦਾ ਭਰਾ, ਅਤੇ ਉਹ ਦੋਵੇਂ ਇੱਕ ਦੂਜੇ ਨੂੰ ਪਛਾਣ ਲੈਂਦੇ ਆ। ਜਮਾਲ ਕੀ ਕਹਿੰਦਾ? ਉਸ ਵੱਲ ਵੱਧਦਿਆਂ ਕਹਿੰਦਾ, ਮੇਰੀ ਭੈਣ। ਉਸ ਦਾ ਗਲਾ ਭਰ ਆਉਂਦਾ ਹੈ। ਹੁਣ ਜਮਾਲ ਆਪਣੀ ਇੰਨੇ ਚਿਰ ਦੀ ਵਿਛੜੀ ਹੋਈ ਭੈਣ ਨੂੰ ਦੇਖ ਕੇ ਭਾਵੁਕ ਹੋ ਜਾਂਦਾ, ਉਹਦਾ ਗਲ ਭਰ ਜਾਂਦਾ। ਬੇਬੇ ਰਾਜੋ ਨੂੰ ਮੋੜ ਕੇ ਅਤੇ ਉਸਨੂੰ ਧੱਕਾ ਮਾਰ ਕੇ, ਨੀ ਰੁੜ ਪੁੜ ਜਾਣੀਏ, ਅੰਦਰ ਨੂੰ ਤੁਰ। ਵੀਰਾ ਰੋਣ ਲੱਗ ਪੈਂਦਾ ਹੈ। ਵੀਰਾ ਜੋ ਕਿ ਰਾਜੋ ਦਾ ਪੁੱਤਰ ਹੈ, ਉਹ ਰੋਣਾ ਸ਼ੁਰੂ ਕਰ ਦਿੰਦਾ। ਅੱਗੇ ਜਮਾਲ ਕੀ ਕਹਿੰਦਾ? ਮਾਈ ਜੀ ਧੱਕਾ ਜ਼ੋਰੀ ਨਾ ਕਰੋ, ਕਾਨੂੰਨ ਅਸੀਂ ਇਸ ਨੂੰ ਇੱਥੋਂ ਲੈ ਕੇ ਜਾਣਾ ਹੈ। ਬੇਬੇ, ਵੇ ਦੇਖੀ ਜਾਊ। ਰਾਜੋ ਨੂੰ ਫਿਰ ਅੰਦਰ ਵੱਲ ਨੂੰ ਧੱਕਦੀ ਹੈ। ਜਮਾਲ ਸਿਪਾਹੀਆਂ ਨੂੰ, ਰਜ਼ੀਆ ਨੂੰ ਮਾਈ ਤੋਂ ਰਿਹਾ ਕਰਕੇ ਆਪਣੀ ਹਿਫਾਜ਼ਤ ਵਿੱਚ ਲੈ ਲਵੋ। ਸਿਪਾਹੀ ਅੱਗੇ ਵੱਧ ਕੇ ਬੇਬੇ ਤੋਂ ਰਾਜੋ ਨੂੰ ਵੱਖ ਕਰ ਲੈਂਦੇ ਹਨ। ਇੰਨੇ ਵਿੱਚ ਕੁਝ ਪਿੰਡ ਦੇ ਲੋਕ ਵੀ ਅੰਦਰ ਆ ਜਾਂਦੇ ਹਨ। ਬੇਬੇ ਪਿੰਡ ਦੇ ਲੋਕਾਂ ਨੂੰ, ਵੇ ਕੋਈ ਮੇਰੇ ਪੁੱਤ ਨੂੰ ਤਾਂ ਸੱਦ ਕੇ ਲਿਆਓ। ਜਮਾਲ ਇੱਕ ਸਿਪਾਹੀ ਨੂੰ, ਤੁਸੀਂ ਛੇਤੀ ਨਾਲ ਕਾਗਜ਼ੀ ਕਾਰਵਾਈ ਕਰੋ। ਇਹ ਰਾਜੋ ਵੱਲ ਸੈਨਤ ਕਰਕੇ, ਮੇਰੀ ਮਾਸੀ ਦੀ ਧੀ ਹੈ। ਹੁਣ ਜਮਾਲ ਦੱਸਦਾ ਹੈ ਕਿ ਉਹ ਛੇਤੀ ਦੇਣੀ ਕਾਗਜ਼ੀ ਕਾਰਵਾਈ ਕਰਨ, ਕਿਉਂਕਿ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਹੈ ਕਿ ਰਾਜੋ ਕੌਣ ਹੈ, ਕਿਉਂਕਿ ਜਮਾਲ ਖੁਦ ਉਹਦਾ ਭਰਾ ਹੈ। ਨੱਥਾ ਸਿੰਘ ਧਰਮੇ ਨੂੰ ਨਾਲ ਲੈ ਕੇ ਦੌੜਦਾ ਹੋਇਆ ਅੰਦਰ ਵੜਦਾ ਹੈ।
ਉਸ ਦਾ ਪੈਰ ਚੁਗਾਠ ਨਾਲ ਅੜਦਾ ਹੈ ਅਤੇ ਉਹ ਢਹਿੰਦਾ ਢਹਿੰਦਾ ਬਚਦਾ ਹੈ। ਹੁਣ ਇਹ ਉਹੀ ਚੁਗਾਠ ਹੈ ਜਿਹਦੇ ਨਾਲ ਖਹਿ ਕੇ ਉਹ ਇਕਾਂਗੀ ਦੇ ਸ਼ੁਰੂ ਦੇ ਵਿੱਚ ਡਿੱਗਦਾ ਹੈ ਅਤੇ ਹੁਣ ਇੱਕ ਵਾਰ ਫਿਰ ਉਹ ਉਸ ਚੁਗਾਠ ਦੇ ਵਿੱਚ ਅੜ ਕੇ ਡਿੱਗਦਾ ਡਿੱਗਦਾ ਬਚਦਾ। ਬੇਬੇ ਖੁਸ਼ ਹੋ ਕੇ, ਆ ਗਿਆ ਮੇਰਾ ਪੁੱਤ। ਨੱਥਾ ਜਮਾਲ ਅਤੇ ਬੇਬੇ ਵੱਲ ਵੇਖ ਕੇ, ਕੀ ਗੱਲ ਆ? ਜਮਾਲ, ਸਰਦਾਰ ਸਾਹਿਬ, ਮੈਂ ਸਾਦਾਤ ਦੇ ਦੌਰਾਨ ਇੱਧਰ ਰਹਿ ਗਈਆਂ ਮੁਸਲਮਾਨ ਔਰਤਾਂ ਨੂੰ ਬਰਾਮਦ ਕਰਕੇ ਪਾਕਿਸਤਾਨ ਲੈ ਜਾਣ ਵਾਲਾ ਇੱਕ ਅਫਸਰ ਹਾਂ ਅਤੇ ਇੱਥੋਂ ਰਜੀਆ ਨੂੰ ਬਰਾਮਦ ਕਰਕੇ ਲੈ ਜਾਣ ਲੱਗਾ ਹਾਂ। ਨੱਥਾ, ਕੀ ਰਾਜੋ ਜਾਣ ਲਈ ਰਾਜ਼ੀ ਆ? ਜਮਾਲ ਕੁਝ ਹੈਰਾਨੀ ਨਾਲ, ਰਾਜੋ? ਅੱਛਾ। ਰਾਜੋ ਕੋਲ ਜਾ ਕੇ, ਰਜ਼ੀਆ ਮੈਨੂੰ ਮੁਆਫ਼ ਕਰੀ ਕਿ ਮੈਂ, ਹੁਣ ਉਹਦਾ ਗਲਾ ਫਿਰ ਭਰ ਆਉਂਦਾ, ਭਾਵੁਕ ਹੋ ਜਾਂਦਾ, ਤੈਨੂੰ ਵੇਖਦਿਆਂ ਸਾਰ ਜੀ ਭਰ ਕੇ ਰੋ ਵੀ ਨਾ ਸਕਿਆ। ਰਾਜੋ ਰੋਂਦਿਆਂ ਰੋਣ ਲੱਗ ਜਾਂਦੀ ਹੈ। ਜਮਾਲ ਬਾਈ, ਜਮਾਲ, ਅਤੇ ਅੱਲਾ ਦਾ ਸ਼ੁਕਰ ਨਾ ਕਰ ਸਕਿਆ। ਅੱਲਾ ਤੇਰਾ ਸ਼ੁਕਰ ਹੈ। ਰਾਜੋ ਰੋਂਦੀ ਹੈ। ਰਜ਼ੀਆ, ਮੈਂ ਸੋਚਣਾ ਕਿ ਤੈਨੂੰ ਵੇਖ ਕੇ ਖੁਸ਼ੀ ਨਾਲ ਮੇਰਾ ਤਾਂ ਕੇਵਲ ਗਲਾ ਹੀ ਭਰ ਆਇਆ ਹੈ, ਪਰ ਤੈਨੂੰ ਵੇਖ ਕੇ ਉਹਨਾਂ ਦਾ ਕੀ ਹਾਲ ਹੋਵੇਗਾ। ਰਾਜੋ ਜਮਾਲ ਵੱਲ ਦੇਖਣਾ ਸ਼ੁਰੂ ਕਰ ਦਿੰਦੀ ਹੈ। ਕਿਹਨਾਂ ਦਾ ਜਮਾਲ ਭਾਈ? ਹੁਣ ਉਹ ਹੈਰਾਨ ਹੈ ਕਿ ਉਹ ਕਿਹਨਾਂ ਦੀ ਗੱਲ ਕਰ ਰਿਹਾ, ਕਿਉਂਕਿ ਉਹਨੂੰ ਤਾਂ ਇਹ ਲੱਗਦਾ ਹੈ ਕਿ ਉਹਦੇ ਅਸਗਰ ਅਤੇ ਗਫੂਰ ਨਾਮ ਦੇ ਪੁੱਤਰ, ਜਦੋਂ ਨੱਥਾ ਸਿੰਘ ਨੇ ਉਹਨੂੰ ਗੱਡੇ 'ਤੇ ਜਾਂਦੀ ਨੂੰ ਧੋਇਆ ਸੀਗਾ ਤਾਂ ਉਸ ਤੋਂ ਬਾਅਦ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਹੋਣੀ ਅਤੇ ਉਹ ਮਰ ਚੁੱਕੇ ਹੋਣਗੇ। ਹੁਣ ਜਮਾਲ ਕੀ ਕਹਿੰਦਾ, ਨਾਲੇ ਉਹਨਾਂ ਨੂੰ ਵੇਖ ਕੇ ਤੇਰਾ ਕੀ ਹਾਲ ਹੋਵੇਗਾ। ਰਾਜੋ ਉਤਾਵਲੀ ਹੋ ਕੇ, ਕਿਹਨਾਂ ਨੂੰ ਵੇਖ ਕੇ? ਉਹਨੂੰ ਹਾਲੇ ਪਤਾ ਨਹੀਂ ਲੱਗ ਰਿਹਾ ਕਿ ਜਮਾਲ ਕਿਹਨਾਂ ਦੀ ਗੱਲ ਕਰ ਰਿਹਾ। ਜਮਾਲ ਕੀ ਕਹਿੰਦਾ, ਅਸਗਰ ਅਤੇ ਗਫੂਰ ਨੂੰ। ਰਾਜੋ ਇੱਕਦਮ ਪਰ ਖੁਸ਼ੀ ਭਰੀ ਆਵਾਜ਼ ਵਿੱਚ, ਕੀ ਉਹ ਜਿਉਂਦੇ ਨੇ? ਜਮਾਲ, ਆਹੋ। ਬੇਬੇ ਨੱਥੇ ਨੂੰ ਹੁਣੇ ਗਈ। ਹੁਣ ਬੇਬੇ ਨੂੰ ਵਿਸ਼ਵਾਸ ਹੋ ਜਾਂਦਾ ਕਿ ਹੁਣ ਨਹੀਂ ਇਹ ਰਹਿੰਦੀ, ਅਸਗਰ ਅਤੇ ਗਫੂਰ ਜਿਉਂਦੇ ਆ ਅਤੇ ਇਸ ਕਰਕੇ ਉਹ ਜ਼ਰੂਰ ਜਾਊਗੀ ਉਹਨਾਂ ਦੇ ਕੋਲ। ਰਾਜੋ, ਉਹ ਕਿੱਥੇ ਹਨ ਜਮਾਲ? ਜਮਾਲ, ਲਾਹੌਰ ਵਿੱਚ ਸਾਡੇ ਕੋਲ। ਰਾਜੋ ਭਰਾਏ ਗਲ ਦੇ ਨਾਲ, ਕਿਹੋ ਜਿਹੇ ਹਨ ਮੇਰੇ ਲਾਲ? ਜਮਾਲ, ਸੋਹਣੇ ਅਤੇ ਜਵਾਨ, ਪਰ ਆਪਦੀ ਵਿਛੜੀ ਮਾਂ ਦੇ ਵਿਰਾਗ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਘੜੀ ਹਰ ਪਲ ਉਦਾਸ ਅਤੇ ਨਿੰਮੋ ਝੋਣੇ। ਰਾਜੋ ਰੋਂਦਿਆਂ, ਮੇਰੇ ਬੱਚੇ। ਜਮਾਲ, ਖੜੋ ਜਾ, ਮੈਂ ਤੈਨੂੰ ਉਹਨਾਂ ਦੀ ਇੱਕ ਤਸਵੀਰ ਵਿਖਾਉਂਦਾ ਹਾਂ। ਜਦੋਂ ਮੈਂ ਪਿਛਲੀ ਵਾਰੀ ਹਿੰਦੁਸਤਾਨ ਆਇਆ ਸਾਂ ਤਾਂ ਉਹਨਾਂ ਮੈਨੂੰ ਦਿੱਤੀ ਸੀ ਅਤੇ ਨਾਲ ਹੀ ਆਖਿਆ ਸੀ ਕਿ ਜੇ ਕਿਤੇ ਉਹਨਾਂ ਦੀ ਅੰਮੀ ਮਿਲੇ ਤਾਂ ਉਸ ਨੂੰ ਵਿਖਾਵਾਂ। ਜਮਾਲ ਇੱਕ ਸਿਪਾਹੀ ਕੋਲੋਂ ਇੱਕ ਬੈਗ ਲੈ ਕੇ ਉਸ ਵਿੱਚੋਂ ਇੱਕ ਤਸਵੀਰ ਕੱਢਦਾ ਹੈ ਅਤੇ ਰਾਜੋ ਨੂੰ ਫੜਾਉਂਦਾ ਹੈ। ਰਾਜੋ ਬੜੇ ਗੌਰ ਨਾਲ ਵੇਖਣ ਲੱਗ ਪੈਂਦੀ ਹੈ। ਰਾਜੋ, ਉਹ ਬਿਲਕੁਲ ਉਹ, ਮੈਂ ਪਛਾਣ ਲਏ ਨੇ, ਇਹ ਗਫੂਰ ਹੈ ਅਤੇ ਇਹ ਅਸਗਰ। ਜਮਾਲ, ਆਹੋ। ਰਾਜੋ ਤਸਵੀਰ ਨੂੰ ਛਾਤੀ ਨਾਲ ਲਾ ਲੈਂਦੀ ਹੈ। ਕੁਝ ਹੋਰ ਲੋਕੀ ਅੰਦਰ ਆ ਜਾਂਦੇ ਹਨ। ਰਾਜੋ ਰੋ ਕੇ, ਮੈਂ ਮਰਾਂ, ਮੈਂ ਤਾਂ ਉਹਨਾਂ ਨੂੰ ਫਸਾਦਾਂ ਵਿੱਚ ਮਾਰੇ ਗਏ ਸਮਝ ਕੇ ਉਹਨਾਂ ਦਾ ਕੁਝ ਚਿਰ ਮਾਤਮ ਕਰਕੇ ਭੁੱਲ ਭੁਲਾ ਗਈ ਸੀ। ਜਮਾਲ, ਰਜ਼ੀਆ, ਤੂੰ ਉਹਨਾਂ ਨੂੰ ਮਾਰੇ ਗਏ ਸਮਝਣਾ ਹੀ ਸੀ, ਕਿਉਂਕਿ ਜਦੋਂ ਤੈਨੂੰ ਉਹਨਾਂ ਤੋਂ ਅੱਡ ਕਰ ਲਿਆ ਗਿਆ ਸੀ ਤਾਂ ਉਸ ਵੇਲੇ ਕੱਟ ਵੱਢ ਹੋ ਰਹੀ ਸੀ। ਤੇਰੇ ਪਿੱਛੋਂ ਜਦੋਂ ਅਸਗਰ ਅਤੇ ਗਫੂਰ ਨੇ ਲੋਕਾਂ ਨੂੰ ਤਲਵਾਰਾਂ ਅਤੇ ਨੇਜੇ ਚੁੱਕ ਕੇ ਭੌਂਦਿਆਂ ਤੱਕਿਆ ਤਾਂ ਉਹ ਦੋਵੇਂ ਗੱਡੇ 'ਤੇ ਬੈਠੇ ਲੋਕਾਂ ਪਿੱਛੇ ਤਬ ਕੇ ਲੁਕ ਗਏ। ਕੁਝ ਚਿਰ ਪਿੱਛੋਂ ਫੌਜ ਆ ਗਈ ਅਤੇ ਉਹ ਬਚ ਗਏ। ਫਿਰ ਉਹ ਕੈਂਪ ਵਿੱਚ ਪਹੁੰਚੇ। ਉੱਥੇ ਉਹ ਨਿੱਤ ਵੇਲੇ ਤੇਰੀ ਰਾਹ ਤੱਕਦੇ, ਜਿਹੜੇ ਵੀ ਲੋਕ ਆਉਂਦੇ ਤੈਨੂੰ ਉਹਨਾਂ ਵਿੱਚ ਲੱਭਦੇ। ਇੰਝ ਹੀ ਇੱਕ ਦਿਨ ਉਹਨਾਂ ਦੀ ਮੁਲਾਕਾਤ ਸਾਡੇ ਨਾਲ ਹੋ ਗਈ। ਉਦੋਂ ਤੋਂ ਉਹ ਸਾਡੇ ਕੋਲ ਰਹਿ ਰਹੇ ਨੇ। ਮੇਰੀ ਅੰਮੀ ਨੇ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ, ਪਰ ਉਹਨਾਂ ਨੂੰ ਤੇਰੇ ਬਗੈਰ ਚੈਨ ਨਹੀਂ ਆਇਆ ਰਜੀਆ। ਰਾਜੋ ਹਟਕੋਰੇ ਭਰਦੀ ਹੈ ਅਤੇ ਫੋਟੋ ਤੱਕਦੀ ਹੈ, ਮੇਰੇ ਬੱਚੇ। ਜਮਾਲ, ਇਸ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਰੁਲਾ ਦੇਣ ਵਾਲੀਆਂ ਗੱਲਾਂ ਨੇ ਤੇਰੇ ਬੱਚਿਆਂ ਦੀਆਂ। ਮੇਰਾ ਖਿਆਲ ਹੈ ਉਹ ਤੂੰ ਲਾਹੌਰ ਚੱਲ ਕੇ ਸੁਣੀ, ਅਸਗਰ ਅਤੇ ਗਫੂਰ ਦੀ ਆਪਣੀ ਜਵਾਨੀ। ਨਾਲੇ ਤੂੰ ਉਹਨਾਂ ਨੂੰ ਆਪਣੇ ਨਾਲ ਬੀਤੀਆਂ ਸੁਣਾਈ। ਹੁਣ ਇੱਥੋਂ ਚੱਲ। ਰਾਜੋ ਉਸ ਵੱਲ ਤੱਕਦੀ ਹੈ, ਸਿਪਾਹੀਆਂ ਨੂੰ। ਮੇਰਾ ਖਿਆਲ ਹੈ ਕਾਗਜ਼ੀ ਕਾਰਵਾਈ ਥਾਣੇ ਵਿੱਚ ਜਾ ਕੇ ਮੁਕੰਮਲ ਕੀਤੀ ਜਾਵੇ। ਰਾਜੋ ਨੂੰ, ਰਜ਼ੀਆ ਭੈਣ, ਹੁਣ ਇਸ ਘਰ ਨੂੰ ਅਖੀਰਲਾ ਸਲਾਮ ਕਰ ਅਤੇ ਫਿਰ ਚੱਲ। ਰਜ਼ੀਆ ਸੋਚਾਂ ਵਿੱਚ ਪੈ ਜਾਂਦੀ ਹੈ। ਬੇਬੇ, ਨੱਥਾ ਅਤੇ ਧਰਮਾ ਅਤੇ ਬੀਰਾ ਉਸ ਵੱਲ ਤੱਕਦੇ ਹਨ, ਕਿਉਂਕਿ ਹੁਣ ਰਾਜੋ ਨੂੰ ਪਤਾ ਹੈ ਕਿ ਉਹਦੇ ਇੱਥੇ ਵੀ ਨੱਥਾ ਅਤੇ ਧਰਮਾ ਅਤੇ ਬੀਰਾ ਨਾਮ ਦੇ ਪੁੱਤਰ ਹੈ ਅਤੇ ਹੁਣ ਇਸ ਕਰਕੇ ਉਹ ਮਾਂ ਹੈ, ਕਿੱਧਰ ਨੂੰ ਜਾਵੇ। ਜਮਾਲ, ਕਿਹੜੀਆਂ ਸੋਚਾਂ ਵਿੱਚ ਪੈ ਗਈ ਹੈ ਰਜੀਆ? ਰਾਜੋ ਕੋਈ ਉੱਤਰ ਨਹੀਂ ਦਿੰਦੀ, ਉਹ ਰੋ ਪੈਂਦੀ ਹੈ। ਰਜੀਆ, ਦੱਸ ਵੀ ਕੀ ਗੱਲ ਹੈ? ਰਾਜੋ ਕੋਈ ਉੱਤਰ ਨਹੀਂ ਦਿੰਦੀ, ਜਿੱਦ ਕਰਕੇ, ਰਜੀਆ। ਬੇਬੇ,
ਜਮਾਲ ਵੱਲ ਵੱਧ ਕੇ ਨਿਮਰਤਾ ਨਾਲ, ਵੇ ਪੁੱਤ, ਇਸ ਨੂੰ ਜ਼ਬਰਦਸਤੀ ਕਿਉਂ ਲਿਜਾਂਦਾ ਹੈ? ਜਮਾਲ ਇੱਕ ਵਾਰੀ ਉਸ ਵੱਲ ਵੇਖਦਾ ਹੈ, ਫਿਰ ਰਾਜੋ ਵੱਲ ਤੱਕਦਾ ਹੈ। ਜਮਾਲ, ਰਜੀਆ ਦੱਸ ਵੀ ਨਾ, ਕਿਉਂ ਨਹੀਂ ਤੈਥੋਂ ਪੈਰ ਪੁੱਟ ਹੁੰਦਾ? ਰਾਜੋ ਰੋਂਦਿਆਂ, ਕੀ ਦੱਸਾਂ ਜਮਾਲ? ਜਮਾਲ, ਕੁਝ ਤਾਂ ਦੱਸ। ਰਾਜੋ ਮੂੰਹ ਮੋੜ ਕੇ ਰੋਂਦਿਆਂ, ਮੈਨੂੰ ਨਾ ਲੈ ਜਾ। ਜਮਾਲ ਹੈਰਾਨੀ ਨਾਲ, ਕਿਉਂ? ਰਾਜੋ, ਮੈਂ ਕੀ ਦੱਸਾਂ? ਬੇਬੇ, ਨੀ ਧੀਏ ਦੱਸ ਦੇ ਸਾਫ਼। ਜਮਾਲ ਹੁਣ ਜ਼ਿੱਦ ਕਰਦਾ ਕਿ ਰਜ਼ੀਆ ਉਹਨੂੰ ਦੱਸੇ ਕਿ ਕਿਉਂ ਨਹੀਂ ਜਾਣਾ ਚਾਹੁੰਦੀ ਉਹ। ਰਜ਼ੀਆ। ਰਾਜੋ ਰੋਂਦਿਆਂ, ਲੋਕਾਂ ਨੇ ਮੇਰੇ ਤੇ ਤੌਹਮਤਾਂ ਲਾਉਣੀਆਂ ਨੇ ਜਮਾਲ। ਬੇਬੇ, ਆਹੋ ਲੋਕ ਭਲਾ ਜੀਣ ਦਿੰਦੇ ਆ? ਹੁਣ ਬੇਬੇ ਤਾਂ ਅੱਗੇ ਹੀ ਚਾਹੁੰਦੀ ਹੈ ਕਿ ਰਾਜੋ ਨਾ ਜਾਵੇ, ਇਸ ਕਰਕੇ ਉਹ ਇਹ ਕਹਿੰਦੀ ਹੈ ਕਿ ਵਾਕਈ ਇਹਨੂੰ ਲੋਕਾਂ ਨੇ ਜੀਣ ਨਹੀਂ ਦੇਣਾ। ਜਮਾਲ, ਰਜ਼ੀਆ ਤੂੰ ਕਿਸੇ ਭੜੂਏ ਦੀ ਪਰਵਾਹ ਨਾ ਕਰ। ਭੜੂਆ ਮਤਲਬ ਦਲਾਲ ਨੂੰ ਕਹਿ ਦਿੰਦੇ ਵੈਸੇ ਆਪਾਂ। ਕਹਿੰਦਾ ਕਿਸੇ ਦੀ ਵੀ ਤੈਨੂੰ ਪਰਵਾਹ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਤੈਨੂੰ ਦੱਸਾਂ ਕਿ ਇਹ ਦੁਨੀਆ ਆਪ ਤੌਹਮਤਾਂ ਤੋਂ ਸੱਖਣੀ ਨੇ, ਕਿ ਸਾਰੇ ਹੀ ਕਿਸੇ ਨਾ ਕਿਸੇ ਤਰ੍ਹਾਂ ਦੇ ਗਲਤ ਕੰਮ ਦੇ ਵਿੱਚ ਫਸੇ। ਇਸ ਕਰਕੇ ਤੌਹਮਤਾਂ ਤਾਂ ਹਰੇਕ ਦੇ ਉੱਤੇ ਹੀ ਹੈਗੀਆਂ, ਇਸ ਕਰਕੇ ਰਜ਼ੀਆ ਨੂੰ ਡਰਨ ਦੀ ਲੋੜ ਨਹੀਂ ਹੈ। ਰਜ਼ੀਆ ਇੱਕ ਆਇਤ ਹੈ, ਹੁਣ ਉਹ ਕੁਰਾਨ ਸ਼ਰੀਫ ਦੀ ਇੱਕ ਆਇਤ ਰਜ਼ੀਆ ਨੂੰ ਦੱਸਦਾ ਹੈ ਕਿ ਇੱਕ ਬਜ਼ੁਰਗ ਕੋਲ ਇੱਕ ਪਿੰਡ ਦੇ ਲੋਕ ਇੱਕ ਬਦਕਾਰ ਔਰਤ ਨੂੰ ਪਕੜ ਕੇ ਲਿਆਏ ਅਤੇ ਕਿਹਾ, ਹੇ ਬਜ਼ੁਰਗ, ਇਹ ਔਰਤ ਬਦਕਾਰੀ ਵਿੱਚ ਪਕੜੀ ਗਈ ਹੈ। ਬਦਕਾਰੀ ਮਤਲਬ ਚਰਿੱਤਰਹੀਣ ਇਸਤਰੀ ਹੈ ਕੋਈ, ਉਹਨੂੰ ਕਹਿ ਦਿੱਤਾ ਜਾਂਦਾ ਹੈ। ਕਹਿੰਦਾ ਇਹ ਪਿੰਡ ਦੇ ਹੁਣ ਲੋਕ ਉਸ ਔਰਤ ਨੂੰ ਫੜ ਕੇ ਲੈ ਕੇ ਆਉਂਦੇ ਆ ਕਿ ਇਹ ਤਾਂ ਬਦਕਾਰ ਹੈ, ਚਰਿੱਤਰਹੀਣ ਹੈ। ਮੂਸਾ ਦੇ ਕਾਨੂੰਨ ਅਨੁਸਾਰ ਇਸ ਔਰਤ ਨੂੰ ਪੱਥਰ ਮਾਰਨੇ ਜਾਇਜ਼ ਹਨ। ਸੋ ਤੁਸੀਂ ਇਸ ਔਰਤ ਬਾਬਤ ਕੀ ਆਖਦੇ ਹੋ? ਜਦੋਂ ਉਸ ਬਜ਼ੁਰਗ ਤੋਂ ਪੁੱਛਦੇ ਰਹੇ ਤਾਂ ਉਸ ਕਿਹਾ, ਤੁਸਾਂ ਵਿੱਚੋਂ ਜਿਸ ਨੇ ਕੋਈ ਗੁਨਾਹ ਨਾ ਕੀਤਾ ਹੋਵੇ ਉਹ ਸਭ ਤੋਂ ਪਹਿਲਾਂ ਇਸ ਨੂੰ ਪੱਥਰ ਮਾਰੇ। ਅਤੇ ਰਜ਼ੀਆ, ਕੋਈ ਵੀ ਅਜਿਹਾ ਆਦਮੀ ਨਾ ਨਿਤਰਿਆ। ਸਾਨੂੰ ਅੱਲਾ ਕੋਲੋਂ ਡਰਨਾ ਚਾਹੀਦਾ ਹੈ, ਬੰਦਿਆਂ ਕੋਲੋਂ ਕੀ ਡਰਨਾ ਹੋਇਆ। ਵਾਕਈ ਇਹ ਗੱਲ ਸਹੀ ਹੈ, ਹਰੇਕ ਨੇ ਕੋਈ ਨਾ ਕੋਈ ਗੁਨਾਹ ਕੀਤਾ ਹੁੰਦਾ, ਪਰ ਬੰਦਾ ਆਪਣਾ ਗੁਨਾਹ ਨਹੀਂ ਦੇਖਦਾ ਅਤੇ ਦੂਸਰੇ ਦਾ ਗੁਨਾਹ ਆਪਾਂ ਪਹਿਲਾਂ ਦੇਖ ਲਈਦਾ। ਇਹ ਸਾਡੀ ਦੇ ਵਿੱਚ ਇੱਕ ਵੱਡਾ ਪੈੜ ਹੈ। ਹੁਣ ਰਾਜੋ ਕੀ ਕਹਿੰਦੀ ਹੈ, ਬੰਦੇ ਬੜੇ ਡਾਢੇ ਨੇ ਜਮਾਲ, ਮੈਨੂੰ ਉਹਨਾਂ ਤੋਂ ਡਰ ਲੱਗਦਾ ਹੈ। ਜਮਾਲ, ਕੁੱਤੇ ਭੌਂਕਦੇ ਰਹਿੰਦੇ ਨੇ ਅਤੇ ਕਾਫਲੇ ਚੱਲਦੇ ਰਹਿੰਦੇ ਹਨ। ਰਜ਼ੀਆ ਤੂੰ ਚੱਲ, ਤੇਰੇ ਬੱਚੇ ਤੇਰੀ ਦਰਦੀ ਹੋਣਗੇ। ਤੂੰ ਬਾਕੀ ਦੁਨੀਆ ਨੂੰ ਠੁੱਠ 'ਤੇ ਮਾਰੀ, ਬਸ ਹੁਣ ਚੱਲ ਮੇਰੀ ਚੰਗੀ ਭੈਣ। ਜਮਾਲ ਚਾਹੁੰਦਾ ਹੈ ਕਿ ਉਹ ਕੁਝ ਵੀ ਨਾ ਸੋਚ ਕੇ ਸਿਰਫ ਉਹਦੇ ਨਾਲ ਚੱਲੇ, ਕਿਉਂਕਿ ਅੱਗੇ ਉਹਦੇ ਬੱਚੇ ਆਪਣੇ ਆਪ ਨੂੰ ਸੰਭਾਲ ਲੈਣਗੇ। ਰਾਜੋ ਕੁਝ ਚਿਰ ਦੋ ਦਲੀਲਾਂ ਵਿੱਚ ਪੈ ਜਾਂਦੀ ਹੈ, ਫਿਰ ਨਿਆਣਿਆਂ ਵੱਲ ਵੇਖਦੀ ਹੈ ਅਤੇ ਫਿਰ ਉਹਨਾਂ ਵੱਲ ਵੱਧਦੀ ਹੈ। ਬੇਬੇ ਧਰਮੇ ਅਤੇ ਵੀਰੇ ਨੂੰ ਇੱਕ ਪਾਸੇ ਕਰਕੇ, ਨੀ ਇਹਨਾਂ ਤੋਂ ਪਰੇ ਰਾਹ, ਆਪਾਂ ਇਹਨਾਂ ਨੂੰ ਨਹੀਂ ਨਾਲ ਲੈ ਜਾਣ ਦੇਣਾ। ਜਮਾਲ ਧਰਮੇ ਅਤੇ ਵੀਰੇ ਵੱਲ ਵੇਖਣ ਲੱਗ ਪੈਂਦਾ ਹੈ, ਕਿਉਂਕਿ ਜਮਾਲ ਨੂੰ ਨਹੀਂ ਪਤਾ ਕਿ ਧਰਮਾ ਅਤੇ ਵੀਰਾ ਕੌਣ ਹੈ ਜਿਨ੍ਹਾਂ ਵੱਲ ਉਹਦੀ ਭੈਣ ਵੱਧ ਰਹੀ ਹੈ। ਵੀਰਾ ਰਾਜੋ ਨੂੰ, ਬੀਬੀ ਕਿੱਥੇ ਚੱਲੀ ਏ? ਬੇਬੇ, ਪੁੱਤ ਜਾਣ ਦੇ ਸੂ ਜਿੱਥੇ ਜਾਂਦੀ ਆ। ਧਰਮਾ, ਬੀਬੀ ਤੂੰ ਕਿੱਥੇ ਚੱਲੀ ਏ? ਨੱਥਾ ਖਿੱਝ ਕੇ, ਚੁੱਪ ਕਰਕੇ ਖੜੋ ਏ। ਰਾਜੋ ਭਰਾਏ ਗਾਲ ਨਾਲ, ਮੈਂ ਇਹਨਾਂ ਨੂੰ ਛੱਡ ਕੇ ਕਿਵੇਂ ਜਾ ਸਕਦੀ ਹਾਂ? ਬੇਬੇ, ਜਾ ਭਾਵੇਂ ਨਾ ਜਾ, ਸਾਨੂੰ ਪਹਿਲਾਂ ਕੋਈ ਵੱਢੂ, ਫਿਰ ਇਹਨਾਂ ਨੂੰ ਕੋਈ ਲੈ ਜਾਓ। ਕਿਉਂ ਬੇ ਪੁੱਤ? ਨੱਥਾ, ਆਹੋ। ਰਾਜੋ ਰੋਣ ਲੱਗ ਜਾਂਦੀ ਹੈ, ਮੈਂ ਇਹਨਾਂ ਬਾਝੋਂ ਜਿਉਂਦੀ ਨਹੀਂ ਰਹਿ ਸਕਾਂਗੀ। ਨੱਥਾ, ਮੈਂ ਵੀ ਜਿਉਂਦਾ ਨਹੀਂ ਰਹਿ ਸਕਾਂਗਾ, ਇਹ ਮੇਰੇ ਵੀ ਪੁੱਤ ਆ। ਰਾਜੋ ਮੂੰਹ ਉੱਤੇ ਹੱਥ ਰੱਖ ਕੇ, ਹਾਏ ਮੈਂ ਕੀ ਕਰਾਂ। ਜਮਾਲ ਰਾਜੋ ਕੋਲ ਜਾਂਦਿਆਂ ਭਰਾਈ ਆਵਾਜ਼ ਵਿੱਚ, ਅੱਲਾ ਤੇਰੇ 'ਤੇ ਰਹਿਮ ਕਰੇ ਰਜ਼ੀਆ। ਹੁਣ ਜਮਾਲ ਨੂੰ ਸਮਝ ਆ ਚੁੱਕੀ ਹੈ ਕਿ ਰਾਜੋ ਉੱਥੋਂ ਜਾਣ ਦੇ ਲਈ ਤਿਆਰ ਕਿਉਂ ਨਹੀਂ ਹੈ, ਅਤੇ ਇਸ ਕਰਕੇ ਉਹ ਕਹਿੰਦਾ ਕਿ ਅੱਲਾ ਤੇਰੇ 'ਤੇ ਰਹਿਮ ਕਰੇ। ਰਾਜੋ ਜਮਾਲ ਵੱਲ ਮੁੜ ਕੇ, ਭਾਈ ਜਾਨ, ਕੀ ਮੈਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਨਹੀਂ ਲਿਜਾ ਸਕਦੀ? ਜਮਾਲ, ਰਜ਼ੀਆ ਤੂੰ ਉਹਨਾਂ ਦੇ ਪਿਓ ਦੀ ਇਜਾਜ਼ਤ ਬਗੈਰ ਨਹੀਂ ਲਿਜਾ ਸਕਦੀ। ਰਾਜੋ, ਪਰ ਉਹ ਤਾਂ ਮੰਨਦਾ ਹੀ ਨਹੀਂ। ਜਮਾਲ, ਫਿਰ ਰਜ਼ੀਆ ਤੈਨੂੰ ਇਕੱਲਿਆਂ ਹੀ ਜਾਣਾ ਪਵੇਗਾ। ਰਾਜੋ ਰੋ ਕੇ, ਭਾਈ ਜਾਨ। ਹੁਣ ਉਹ ਰੋਣਾ ਸ਼ੁਰੂ ਕਰ ਦਿੰਦੀ ਹੈ। ਜਮਾਲ ਭਰਾਈ ਆਵਾਜ਼ ਦੇ ਵਿੱਚ, ਕਿਉਂਕਿ ਉਹ ਵੀ ਆਪਣੀ ਭੈਣ ਦੀ ਹਾਲਤ ਨੂੰ ਦੇਖਦਾ ਹੈ ਕਿ ਉਹ ਤਾਂ ਕਿਧਰੇ ਵੀ ਨਹੀਂ ਜਾ ਸਕਦੀ, ਨਾ ਉਹ ਪਾਕਿਸਤਾਨ ਜਾ ਸਕਦੀ ਹੈ ਅਤੇ ਨਾ ਉਹ ਭਾਰਤ ਦੇ ਵਿੱਚ ਰਹਿਣ ਜੋਗੀ ਹੈ, ਕਿਉਂਕਿ ਦੋਨਾਂ ਪਾਸੇ ਉਹਦੇ ਬੱਚੇ ਆ, ਮਾਂ ਕਿੱਧਰ ਜਾਵੇ। ਰਜ਼ੀਆ ਰੋਣਾ ਛੱਡ ਅਤੇ ਅੱਗੇ ਵੱਧ ਕੇ ਆਪਣੇ ਜਿਗਰ ਦੇ ਟੋਟਿਆਂ ਨੂੰ ਪਿਆਰ ਕਰ ਅਤੇ ਫਿਰ ਉਹਨਾਂ ਨੂੰ ਅੱਲਾ ਨੂੰ ਸੌਂਪ ਕੇ ਇੱਥੋਂ ਤੁਰ ਪਾਓ। ਰਾਜੋ ਡਾਢਾ ਰੋ ਕੇ, ਬਹੁਤ ਜ਼ਿਆਦਾ ਰੋਂਦੀ ਹੈ, ਮੈਂ ਇਹਨਾਂ ਬਗੈਰ ਮਰ ਜਾਵਾਂਗੀ। ਜਮਾਲ, ਅੱਲਾ ਤੈਨੂੰ ਹਯਾਤੀ ਦੇਵੇ, ਹਿੰਮਤ ਦੇਵੇ।
ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ। ਉਹ ਆਪਣੇ ਅੱਥਰੂ ਜੇਬ ਵਿੱਚੋਂ ਰੁਮਾਲ ਕੱਢ ਕੇ ਪੂੰਝਦਾ ਹੈ। ਚੱਲ ਮੇਰੀ ਭੈਣ। ਰਾਜੋ ਉੱਚਾ ਉੱਚਾ ਰੋਂਦੀ ਹੈ। ਧਰਮਾ ਤੇ ਵੀਰਾ ਸਹਿਮ ਕੇ ਖੜੋਤੇ ਹੋਏ ਉਸ ਵੱਲ ਵੇਖਦੇ ਹਨ। ਕਦੀ ਕਦੀ ਉਹ ਨੱਥੇ ਅਤੇ ਬੇਬੇ ਵੱਲ ਵੀ ਤੱਕਦੇ ਹਨ। ਕੁਝ ਚਿਰ ਪਿੱਛੋਂ ਰਾਜੋ ਧਰਮੇ ਤੇ ਵੀਰੇ ਕੋਲ ਜਾਂਦੀ ਹੈ। ਦੋਵਾਂ ਨੂੰ ਇੱਕਦਮ ਆਪਣੀ ਗਲਵੱਕੜੀ ਵਿੱਚ ਲੈਂਦੀ ਹੈ ਤੇ ਰੋਂਦੀ ਹੈ। ਵੀਰਾ ਰੋ ਪੈਂਦਾ ਹੈ। ਬੀਬੀ ਮੈਂ ਵੀ ਤੇਰੇ ਨਾਲ ਚੱਲਣਾ। ਧਰਮਾ ਉਹ ਵੀ ਰੋਂਦਾ। ਬੀਬੀ ਤੂੰ ਕਿੱਥੇ ਚੱਲੀ ਹੈ? ਨੱਥਾ ਇਹ ਚੱਲੀ ਆ ਪਾਕਿਸਤਾਨ, ਜਿੱਥੇ ਮੁਸਲਮਾਨ ਹੁੰਦੇ ਆ। ਤੈਂ ਵੀ ਜਾਣਾ? ਧਰਮਾ ਬੀਬੀ ਮੈਂ ਵੀ ਜਾਣਾ ਤੇਰੇ ਨਾਲ। ਨੱਥਾ ਉਹਨਾਂ ਨੂੰ ਤਰੀਕਦਿਆਂ ਉਹਨਾਂ ਨੂੰ ਖਿੱਚਦਾ। ਜਾਣ ਦੇ ਸਾਲੇ ਲੱਗਦੇ। ਖਬਰਦਾਰ ਜੋ ਹੁਣ ਕੁਝ ਕੁਏ ਤਾਂ। ਰਾਜੋ ਨੱਥਾ ਸਿੰਘ ਨੂੰ ਕਹਿੰਦੀ ਹੈ, ਇਹਨਾਂ ਨੂੰ ਬਾਗੇ ਤੱਕ ਤਾਂ ਮੇਰੇ ਨਾਲ ਲੈ ਚੱਲੋ। ਬੇਬੇ ਨਾ ਪੁੱਤ, ਇਹਦਾ ਨਹੀਂ ਉਹ ਪਤਾ। ਭਾਵੇਂ ਇਹ ਬਾਗੇ ਪੁੱਜ ਕੇ ਨਿਆਣਿਆਂ ਨੂੰ ਨਾਲ ਲਿਜਾਣ ਲਈ ਪਸਰ ਜਾਵੇ। ਹੁਣ ਬੇਬੇ ਨਹੀਂ ਚਾਹੁੰਦੀ ਕਿ ਰਾਜੋ ਆਪਣੇ ਬੱਚਿਆਂ ਨੂੰ ਬਾਘਾ ਬਾਰਡਰ ਤੱਕ ਵੀ ਲੈ ਕੇ ਜਾਵੇ, ਕਿਉਂਕਿ ਉਸ ਤੋਂ ਬਾਅਦ ਤਾਂ ਉਹ ਅੱਗੇ ਵੀ ਲੈ ਕੇ ਜਾ ਸਕਦੀ ਹੈ ਉਹਨਾਂ ਨੂੰ। ਨੱਥਾ ਭਲਾ ਮੈਂ ਲੱਗਦਾ ਇਹਦੇ ਆਖੇ? ਰਾਜੋ ਰੋਂਦੀ ਹੈ। ਰਾਜੋ ਹੱਥ ਜੋੜ ਕੇ ਇਹਨਾਂ ਨੂੰ ਠਾਣੇ ਤੱਕ ਹੀ ਨਾਲ ਰਹਿਣ ਦਿਓ। ਨੱਥਾ ਨਾ ਵਿੱਚ ਜਵਾਬ ਦਿੰਦਾ ਹੈ। ਰਾਜੋ ਰੋ ਕੇ ਮੈਂ ਕੀ ਕਰਾਂ? ਵੀਰਾ ਰੋ ਕੇ ਬੀਬੀ ਮੈਂ ਤੇਰੇ ਨਾਲ ਜਾਣਾ। ਰਾਜੋ ਵੀਰੇ ਦੇ ਮੂੰਹ 'ਤੇ ਹੱਥ ਫੇਰਦੀ ਹੈ। ਪੁੱਤ ਤੂੰ ਨਾਲ ਨਹੀਂ ਜਾ ਸਕਦਾ। ਧਰਮਾ ਮੂੰਹ ਬਸੂਰ ਕੇ ਬੀਬੀ ਕਿਉਂ? ਰਾਜੋ ਧਰਮੇ ਦੇ ਮੂੰਹ 'ਤੇ ਵੀ ਹੱਥ ਫੇਰਦੀ ਹੈ। ਪੁੱਤ ਮੈਂ ਚੱਲੀ ਹਾਂ ਬਹੁਤ ਦੂਰ। ਧਰਮਾ ਤੇ ਵੀਰਾ ਉਸਦੀ ਕਮੀਜ਼ ਨੂੰ ਫੜ ਲੈਂਦੇ ਆ ਤੇ ਆਪਾਂ ਵੀ ਚੱਲਾਂਗੇ। ਰਾਜੋ ਹੌਲੀ ਹੌਲੀ ਕੰਨੀ ਛੁਡਾ ਕੇ ਪੁੱਤ ਤੁਸਾਂ ਆਪਣੀ ਸੁੱਖ ਸਾਂਦ ਦੀ ਚਿੱਠੀ ਪਾਉਂਦੇ ਰਿਹਾ ਕਰਨਾ। ਧਰਮਾ ਤੇ ਵੀਰਾ ਨਾ ਆਪਾਂ ਤੇਰੇ ਨਾਲ ਜਾਣਾ। ਬੱਚੇ ਜਿੱਦ ਕਰਦੇ ਆ ਬਾਰ ਬਾਰ ਕਿ ਉਹ ਆਪਣੀ ਬੇਬੇ ਦੇ ਨਾਲ ਜਾਣਗੇ। ਰਾਜੋ ਮੈਨੂੰ ਆਪਣੀ ਤਸਵੀਰ ਭੇਜਣੀ ਸੋਹਣੀ ਜਿਹੀ, ਇਕੱਠਿਆਂ ਖੜੋ ਕੇ। ਨਾਲੇ ਜਦੋਂ ਤੁਸੀਂ ਵੱਡੇ ਹੋ ਜਾਓ ਅਤੇ ਤੁਹਾਡਾ ਵਿਆਹ ਹੋਣ ਵਾਲਾ ਹੋਵੇ ਤਾਂ ਮੈਨੂੰ ਖੱਤ ਲਿਖਣਾ। ਮੈਂ ਹੁਣ ਅੱਗੇ ਉਹ ਚੁੱਪ ਕਰ ਜਾਂਦੀ ਹੈ। ਧਰਮਾ ਤੇ ਵੀਰਾ ਉਹਦੀ ਕਮੀਜ਼ ਖਿੱਚਦੇ ਆ। ਨਹੀਂ ਨਹੀਂ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਮਾਂ ਕਿਤੇ ਜਾਵੇ। ਜਮਾਲ ਹੁਣ ਚੱਲ ਰਜ਼ੀਆ। ਰਾਜੋ ਇੱਕ ਵਾਰੀ ਧਰਮੇ ਤੇ ਵੀਰੇ ਨੂੰ ਘੁੱਟ ਕੇ ਛਾਤੀ ਨਾਲ ਲਾਉਂਦੀ ਹੈ। ਉਹ ਦੋਵੇਂ ਉੱਚੀ ਉੱਚੀ ਰੋਂਦੇ ਹਨ। ਫਿਰ ਰਾਜੋ ਉਹਨਾਂ ਨੂੰ ਆਪਣੀ ਛਾਤੀ ਨਾਲੋਂ ਲਾ ਕੇ ਇੱਕਦਮ ਬਾਹਰ ਨਿਕਲ ਜਾਂਦੀ ਹੈ। ਧਰਮਾ ਤੇ ਵੀਰਾ ਬੀਬੀ ਬੀਬੀ ਚੀਕਦੇ ਪਿੱਛੇ ਨੱਸਣ ਦੀ ਕਰਦੇ ਹਨ। ਨੱਥਾ ਧਰਮੇ ਤੇ ਵੀਰੇ ਨੂੰ ਪਕੜ ਕੇ ਬਾਹਰ ਜਾਂਦੇ ਲੋਕਾਂ ਵੱਲ ਦੇਖਦਿਆਂ ਉਹ ਕਿੱਧਰ ਜਾਂਦੇ ਹੋ? ਬੇਬੇ ਵੀ ਜਾਂਦੇ ਲੋਕਾਂ ਵੱਲ ਵੇਖਦੀ ਹੈ। ਉਸਦੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ। ਫਿਰ ਉਹ ਆਪਣੇ ਪੱਲੇ ਨਾਲ ਅੱਖੀਆਂ ਪੂੰਝਦੀ ਹੈ। ਵੀਰਾ ਨੱਥੇ ਦੇ ਹੱਥ 'ਤੇ ਚੱਕ ਮਾਰਦਾ ਹੈ। ਉਹ ਕੁੱਤੇ ਦਿਆ ਪੁੱਤਾ ਵੱਢ ਲਿਆਈ। ਉਹ ਫਿਰ ਬਾਹਰ ਵੱਲ ਵੇਖਣ ਲੱਗ ਜਾਂਦਾ ਹੈ। ਉਸਦੇ ਮੂੰਹ 'ਤੇ ਨਿੰਮੋ ਝੂਣਤਾ ਆ ਚੁੱਕੀ ਹੁੰਦੀ ਹੈ। ਨਿੰਮੋ ਝੂਣਤਾ ਭਾਵ ਉਹ ਉਦਾਸ ਹੋ ਚੁੱਕਾ ਹੁੰਦਾ। ਧਰਮਾ ਤੇ ਵੀਰਾ ਉੱਚੀ ਉੱਚੀ ਰੋਂਦੇ ਆ ਬੀਬੀ ਬੀਬੀ। ਵਾਜਾਂ ਮਾਰਦੇ ਜਾਂਦੇ ਹਨ। ਨਾਲੇ ਆਪਣੇ ਆਪ ਨੂੰ ਛਡਾਉਣ ਲਈ ਹੀਲੇ ਕਰਦੇ ਹਨ। ਇੰਨੇ ਵਿੱਚ ਬਾਹਰੋਂ ਰਾਜੋ ਦੀ ਉੱਚੀ ਸਾਰੀ ਆਵਾਜ਼ ਆਉਂਦੀ ਹੈ। ਰਾਜੋ ਮੇਰੇ ਬੱਚਿਓ। ਫਿਰ ਰਾਜੋ ਡਿਊੜੀ ਵਿੱਚੋਂ ਦੌੜਦੀ ਹੋਈ ਆਉਂਦੀ ਦਿਸਦੀ ਹੈ। ਉਸੇ ਵੇਲੇ ਉਸਦੇ ਪਿੱਛੇ ਜਮਾਲ ਵੀ ਆਉਂਦਾ ਦਿਸਦਾ ਹੈ। ਜਦੋਂ ਰਾਜੋ ਚੁਗਾਠ ਟੱਪਦੀ ਹੈ ਤਾਂ ਉਸਦਾ ਪੈਰ ਚੁਗਾਠ ਨਾਲ ਅੜ ਜਾਂਦਾ ਹੈ ਤੇ ਉਹ ਮੂੰਹ ਦੇ ਭਾਰ ਜ਼ੋਰ ਨਾਲ ਡਿੱਗਦੀ ਹੈ। ਨੱਥਾ ਸਿੰਘ ਧਰਮੇ ਤੇ ਵੀਰੇ ਨੂੰ ਛੱਡ ਕੇ ਦੌੜ ਕੇ ਉਸ ਵੱਲ ਜਾਂਦਾ ਹੈ। ਧਰਮਾ ਤੇ ਵੀਰਾ ਵੀ ਉਸ ਵੱਲ ਨੱਠਦੇ ਹਨ। ਜਮਾਲ ਵੀ ਦੌੜ ਕੇ ਉਸ ਕੋਲ ਜਾਂਦਾ ਹੈ। ਬੇਬੇ ਵੀ ਉਸ ਕੋਲ ਝਟਪਟ ਪੁੱਜਦੀ ਹੈ। ਨੱਥਾ ਉਸਨੂੰ ਸਿੱਧਾ ਕਰਦਾ ਹੈ। ਰਾਜੋ ਬੇਹੋਸ਼ ਹੈ ਤੇ ਉਸਦੇ ਮੂੰਹ ਵਿੱਚੋਂ ਲਹੂ ਵਗ ਰਿਹਾ ਹੁੰਦਾ ਹੈ। ਅਸਗਰ ਤੇ ਗਫੂਰ ਦੀ ਤਸਵੀਰ ਉਸਦੇ ਲਾਗੇ ਪਈ ਹੁੰਦੀ ਹੈ। ਬਹੁਤ ਸਾਰੇ ਲੋਕ ਫਿਰ ਅੰਦਰ ਆ ਜਾਂਦੇ ਹਨ। ਨੱਥਾ ਰਾਜੋ ਨੂੰ ਬੁਲਾਉਂਦਿਆਂ ਰਾਜੋ ਉਹ ਕੋਈ ਉੱਤਰ ਨਹੀਂ ਦਿੰਦੀ। ਜਮਾਲ ਰਜ਼ੀਆ ਹੁਣ ਉਹ ਰੋਂਦਾ ਹੈ। ਨੱਥਾ ਸਿੰਘ ਨੂੰ ਪਾਣੀ ਲਿਆਓ। ਨੱਥਾ ਝਟਪਟ ਉੱਠਦਾ ਹੈ ਤੇ ਨੱਠ ਕੇ ਅੰਦਰ ਨੂੰ ਜਾਂਦਾ ਹੈ। ਜਮਾਲ ਰਜ਼ੀਆ ਰਜ਼ੀਆ। ਨਾਜੋ ਦੀ ਨਬਜ਼ ਤੱਕਦਾ ਹੈ। ਡਰੀ ਆਵਾਜ਼ ਵਿੱਚ ਅੱਲਾ ਖੈਰ ਕਰੀ। ਬੇਬੇ ਭਰਾਈ ਆਵਾਜ਼ ਵਿੱਚ ਬੇ ਪੁੱਤ ਬਚ ਜਾਓ ਨਾ। ਨੱਥਾ ਪਾਣੀ ਦਾ ਛੰਨਾ ਚੁੱਕ ਕੇ ਵਾਪਸ ਆਉਂਦਾ ਹੈ ਅਤੇ ਪਾਣੀ ਰਾਜੋ ਦੇ ਮੂੰਹ ਵਿੱਚ ਪਾਉਂਦਾ ਹੈ। ਰਾਜੋ ਇੱਕ ਵਾਰੀ ਔਖਾ ਸਾਹ ਲੈਂਦੀ ਹੈ ਤੇ ਫਿਰ ਚਿੱਤ ਹੋ ਜਾਂਦੀ ਹੈ। ਜਮਾਲ ਰੋ ਕੇ ਲਾ ਇਲਾ ਇਲਾ ਮੁਹੰਮਦ ਰਸੂਲ ਅੱਲਾ। ਨੱਥਾ ਚੀਖ ਕੇ ਰਾਜੋ। ਬੇਬੇ ਪਿੱਟਦੀ ਹੈ। ਹਾਏ ਮੇਰਾ ਪੁੱਤ ਉੱਜੜ ਗਿਆ। ਧਰਮਾ ਤੇ ਵੀਰਾ
ਚੀਕ ਚਿਹਾੜਾ ਪਾ ਕੇ, ਬੀਬੀ ਬੀਬੀ। ਜਮਾਲ ਢਾਹ ਮਾਰ ਕੇ, ਤੂੰ ਫਿਰ ਵਿਛੜ ਗਈ ਹੈ ਰਜ਼ੀਆ। ਨੱਥਾ ਇੱਕਦਮ ਉੱਠਦਾ ਹੈ। ਉਹ ਪਰੇ ਪਏ ਤੇਸੇ ਨੂੰ ਚੁੱਕਦਾ ਹੈ। ਨੱਥਾ ਚੁਗਾਠ ਵੱਲ ਜਾਂਦਿਆਂ, ਮੈਂ ਇਸ ਸਾਲੀ ਨੂੰ ਫੀਤਾ ਫੀਤਾ ਕਰ ਦਊਂ। ਉਹ ਉਸ ਚੁਗਾਠ ਨੂੰ ਵੱਢਣ ਲੱਗ ਪੈਂਦਾ ਹੈ ਤੇ ਸਭ ਉਸ ਵੱਲ ਤੱਕਣ ਲੱਗ ਪੈਂਦੇ ਹਨ। ਪਰਦਾ ਡਿੱਗਦਾ ਹੈ। ਸੋ ਇਸ ਤਰ੍ਹਾਂ ਬੱਚਿਓ, ਰਾਜੋ ਜਿਹੜੀ ਦੋਨਾਂ ਪਾਸੇ ਫਸੀ ਹੋਈ ਹੈ, ਦੋਨਾਂ ਪਾਸੇ ਉਹਦੇ ਪੁੱਤਰ ਹੈ, ਆਪਣਾ ਉਹ ਮਰ ਜਾਂਦੀ ਹੈ ਤੇ ਇਸ ਤਰ੍ਹਾਂ ਉਹ ਇੱਕ ਵਿਚਾਰੀ ਮਾਂ ਬਣ ਕੇ ਰਹਿ ਜਾਂਦੀ ਹੈ। ਬੱਚਿਓ, ਇਹ ਅਸੀਂ ਇੱਕ ਇਕਾਂਗੀ ਪੜ੍ਹਿਆ, ਪਰ ਇਹੋ ਜਿਹੀਆਂ ਸਾਨੂੰ ਅਸਲ ਦੇ ਵਿੱਚ ਘਟਨਾਵਾਂ ਭਾਰਤ ਪਾਕਿਸਤਾਨ ਜਦੋਂ 1947 ਵਿੱਚ ਸਾਡੇ ਭਾਰਤ ਦੀ ਵੰਡ ਹੋਈ ਹੈ, ਉਦੋਂ ਉਸ ਵੇਲੇ ਕਈ ਔਰਤਾਂ ਦੇ ਨਾਲ ਇਹ ਸੱਚ ਵਿੱਚ ਵਾਪਰੀਆਂ। ਅਤੇ ਅੱਜ ਵੀ ਤੁਸੀਂ ਅਗਰ ਯੂਟਿਊਬ 'ਤੇ ਦੇਖੋਗੇ, ਤੁਸੀਂ ਸਰਚ ਕਰਕੇ ਦੇਖੋਗੇ ਤਾਂ ਤੁਹਾਨੂੰ ਇਹੋ ਜਿਹੀਆਂ ਕਹਾਣੀਆਂ ਮਿਲਣਗੀਆਂ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਨਾਲ, ਖਾਸ ਕਰਕੇ ਔਰਤਾਂ ਦੇ ਨਾਲ ਅਜਿਹਾ ਧੱਕਾ ਹੋਇਆ ਅਤੇ ਉਹਨਾਂ ਨੂੰ ਇਸ ਸਥਿਤੀ ਦੇ ਵਿੱਚੋਂ ਗੁਜ਼ਰਨਾ ਪਿਆ।